ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਜੇ ਮੋਹਾਕਾ ਘਰ ਮੁਹੈ, ਘਰ ਮੋਹਿ ਪਿਤਰੀ ਦੇ। ਅੱਗੇ ਵਸਤ ਸਿਆਣੀਐ, ਪਿਤਰੀ ਚੋਰ ਕਰੇ। ਜੇ ਮੋਹਾਕਾ ਘਰ ਮੁਹੈ, ਘਰ ਮੋਹਿ ਪਿਤਰੀ ਦੇ। ਅੱਗੇ ਵਸਤ ਸਿਆਣੀਐ, ਪਿਤਰੀ ਚੋਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਦਾਤਾਰ ਸ਼ਹਿਨਸ਼ਾਹ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸੁਭਾਏਮਾਨ ਗੁਰੂ ਸਵਾਰੇ ਖਾਲਸਾ ਜੀ ਸਾਹਿਬ ਦੀ ਕਿਰਪਾ ਦੇ ਸਦਕਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਪਾਵਨ ਬਾਣੀ ਆਸਾ ਕੀ ਵਾਰ ਜੀ ਦੀ ਪਾਵਨ ਲੜੀਵਾਰ ਵਿਚਾਰ ਕਥਾ ਸਰਵਣ ਕਰ ਰਹੇ ਹਾਂ। ਗੁਰੂ ਰਹਿਮਤ ਦੇ ਸਦਕਾ 16 ਸ਼ਲੋਕ ਸੰਪੂਰਨ ਹੋਏ ਨੇ। 17ਵੇਂ ਪਾਵਨ ਸ਼ਲੋਕ ਦੀ ਪ੍ਰਾਰੰਭਤਾ ਕਰ ਰਹੇ ਹਾਂ। ਆਓ ਸਾਹਿਬ ਦੀ ਅਸੀਸ ਲਓ, ਅਰਦਾਸ ਕਰੋ ਮਾਲਕ ਜੀ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਬਖਸ਼ਿਓ। ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦਿਓ, ਕੁਝ ਕਹਿਣ ਦੀ ਸੁਣਨ ਦੀ ਸਮਰੱਥਾ ਦਿਓ। ਜਿਤਨੇ ਜੁੜ ਬੈਠੇ ਹੋ ਆਓ ਉਚਾਰਨ ਕਰੋ ਅਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼ਲੋਕ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਅੱਜ ਦੇ ਇਸ ਪਾਵਨ ਸ਼ਲੋਕ ਦੇ ਅੰਦਰ ਸਮੇਂ ਦੇ ਜੋ ਵਰਨ ਵੰਡ ਸੀ ਅਤੇ ਪਿਛਲੇ ਸ਼ਲੋਕਾਂ ਦੇ ਅੰਦਰ ਵੀ ਸਾਹਿਬ ਜੀ ਨੇ ਜੋ ਬ੍ਰਾਹਮਣ ਨੂੰ ਸਮਝਾਇਆ ਸੀ ਕਿ ਇੱਕ ਪਾਸੇ ਤੂੰ ਬ੍ਰਾਹਮਣ ਕਰਮ ਕਰਦਾ ਹੈ, ਦੂਜੇ ਪਾਸੇ ਤੂੰ ਅਪਾਖਿਆ ਕਾ ਕੁੱਠਾ ਵੀ ਖਾਨਾ ਹੈ। ਇੱਕ ਪਾਸੇ ਤੂੰ ਉਹ ਕੁੱਠਾ ਮਾਸ ਖਾਨਾ ਹੈ ਅਤੇ ਦੂਜੇ ਪਾਸੇ ਤੂੰ ਲਿਆ ਕਰਕੇ ਕਾਰਾਂ ਵੀ ਕੱਢਦਾ ਹੈ। ਇਹ ਕਰਮ ਕਾਂਡ ਹੈ ਜਿਸ ਦੇ ਵਿੱਚ ਤੂੰ ਆਪ ਵੀ ਖੁੱਭਿਆ ਹੈ ਅਤੇ ਦੁਨੀਆ ਨੂੰ ਵੀ ਇਸ ਦਲਦਲ ਵਿੱਚ ਧੱਕ ਰਿਹਾ ਹੈ। ਅੱਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਸੇ ਤਰ੍ਹਾਂ ਜਦੋਂ ਦੁਨੀ ਚੰਦ ਜੋ ਸਤਿਗੁਰਾਂ ਦੇ ਕੋਲ ਲਾਹੌਰ ਦੀ ਘਟਨਾ ਅਸੀਂ ਪੜ੍ਹਦੇ ਹਾਂ, ਦਾਤਾ ਜੀ ਜਦੋਂ ਉੱਥੇ ਗਏ ਉਹਦੇ ਘਰ ਦੇ ਵਿੱਚ ਬਹੁਤ ਵੱਡਾ ਇੱਕ ਸ਼ਰਾਧ ਕੀਤਾ ਜਾ ਰਿਹਾ ਹੈ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਉੱਥੇ ਪਹੁੰਚਦੇ ਨੇ, ਦੇਖਦੇ ਨੇ, ਪੁੱਛਦੇ ਨੇ, ਪਤਾ ਹੈ ਸਾਹਿਬ ਨੂੰ ਸਭ, ਪਰ ਫਿਰ ਵੀ ਇੱਕ ਵਾਰ ਟੋਹ ਕਰਕੇ ਉਹਨੂੰ ਪੁੱਛਦੇ ਨੇ ਵੀ ਇਹ ਕੀ ਹੈ। ਕਹਿਣ ਲੱਗੇ ਜੀ ਇਹ ਬ੍ਰਹਮ ਭੋਜ ਕੀਤਾ ਜਾ ਰਿਹਾ, ਸ਼ਰਾਧ ਕੀਤਾ ਜਾ ਰਿਹਾ, ਕੀ ਹੋਏਗਾ ਇਹਦੇ ਨਾਲ। ਜਦੋਂ ਸਾਹਿਬ ਜੀ ਨੇ ਪੁੱਛਿਆ ਤਾਂ ਅੱਗੋਂ ਕਹਿਣ ਲੱਗੇ ਉਹ ਬ੍ਰਾਹਮਣ ਜੀ ਇਹ ਜੋ ਅਸੀਂ ਇੱਥੇ ਖਾਵਾਂਗੇ, ਇਹ ਜੋ ਸਾਨੂੰ ਦਾਨ ਰੂਪ ਵਿੱਚ ਦਏਗਾ, ਅਸੀਂ ਪਿੱਤਰੀ ਲੋਕ ਦੇ ਵਿੱਚ ਇਹਨਾਂ ਦੇ ਜਿਹੜੇ ਪਿੱਤਰ ਹਨ ਉਹਨਾਂ ਤੱਕ ਪਹੁੰਚਾਵਾਂਗੇ। ਦੁਨੀ ਚੰਦ ਵੀ ਇਸ ਤਰ੍ਹਾਂ ਕਹਿਣ ਲੱਗਾ ਮਹਾਰਾਜ ਇਹਨਾਂ ਨੂੰ ਦਿੱਤਾ ਹੋਇਆ ਸਾਡੇ ਪਿੱਤਰਾਂ ਤੱਕ ਪਹੁੰਚਦਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਤੈਨੂੰ ਪਤਾ ਹੈ ਜਿਸ ਦਿਨ ਨਿਮਿਤ ਤੂੰ ਸ਼ਰਾਧ ਕਰ ਰਿਹਾ ਉਹ ਤੇ ਇਸ ਵੇਲੇ ਬਘਿਆੜ ਦੀ ਜੂਨ ਵਿੱਚ ਹੈ। ਉਸ ਤੋਂ ਬਾਅਦ ਉਹ ਕਈ ਦਿਨਾਂ ਦਾ ਭੁੱਖਾ ਫਲਾਣੇ ਰੁੱਖ ਦੇ ਥੱਲੇ ਬੈਠਾ, ਇਸ ਤਰ੍ਹਾਂ ਦੀ ਉਹਦੀ ਹਾਲਤ ਹੈ, ਸਰੀਰ ਬਜ਼ੁਰਗ ਹੋ ਚੁੱਕਾ ਹੈ, ਉਹ ਸ਼ਿਕਾਰ ਵੀ ਨਹੀਂ ਕਰ ਸਕਦਾ ਤਾਂ ਭੁੱਖਾ ਬੈਠਾ ਕਿਉਂਕਿ ਉਹਦੇ ਦੰਦ ਵੀ ਟੁੱਟ ਗਏ ਨੇ। ਜੀ ਸਰੀਰ ਦੇ ਅੰਦਰ ਹੱਥਾਂ ਦੇ ਵਿੱਚ ਇੰਨੀ ਸੱਤਿਆ ਨਹੀਂ ਕਿਸੇ ਜਾਨਵਰ ਨੂੰ ਪਕੜ ਸਕੇ ਦੌੜ ਕੇ ਅਤੇ ਪਕੜ ਕੇ ਉਹਨੂੰ ਨੋਚ ਸਕੇ। ਭੁੱਖਾ ਬੈਠਾ ਕਈ ਦਿਨਾਂ ਦਾ, ਨਹੀਂ ਯਕੀਨ ਤੇ ਜਾ ਕੇ ਦੇਖਿਆ। ਉਹ ਜਦੋਂ ਦੁਨੀ ਚੰਦ ਦੇਖਣ ਜਾਂਦਾ ਹੈ ਅਤੇ ਸਤਿਗੁਰਾਂ ਦੀ ਰਹਿਮਤ ਦੇ ਸਦਕਾ ਉਹ ਪਹਿਚਾਣਦਾ ਆਪਣੇ ਪਿਤਾ ਨੂੰ। ਜਦੋਂ ਉਹਦੇ ਪਿਤਾ ਨੇ ਫਿਰ ਗੁਰੂ ਕਿਰਪਾ ਦੇ ਸਦਕਾ ਕਹਿ ਲਓ ਇੱਕ ਆਤਮਿਕ ਸੋਝੀ ਦੇ ਨਾਲ ਬੋਲ ਕਰਕੇ ਜਾਂ ਵਿਚਾਰਾਂ ਦੇ ਬੋਲਾਂ ਦੇ ਦੁਆਰਾ ਆਪਣੇ ਪੁੱਤਰ ਨੂੰ ਸਮਝਾਉਂਦਾ ਹੈ ਕਿ ਸੱਚਾਈ ਇਹੀ ਹੈ, ਇਹਨਾਂ ਦਾ ਪਚਾਇਆ ਹੋਇਆ ਭੋਜਨ ਅੱਜ ਤੱਕ ਮੇਰੇ ਕੋਲ ਨਹੀਂ ਪਹੁੰਚਿਆ ਕਿਉਂਕਿ ਮੇਰੇ ਨਿਮਿਤ ਕੋਈ ਪਹਿਲਾ ਸ਼ਰਾਧ ਨਹੀਂ ਕੀਤਾ ਜਾ ਰਿਹਾ। ਤੂੰ ਇਸ ਤੋਂ ਪਹਿਲਾਂ ਵੀ ਬੜੇ ਕੀਤੇ ਨੇ ਪਰ ਮੇਰੇ ਤੱਕ ਅੱਜ ਤੱਕ ਇੱਕ ਦਾਣਾ ਨਹੀਂ ਪਹੁੰਚਿਆ। ਦੂਸਰਾ, ਮੈਂ ਮਰਨ ਲੱਗਿਆ ਮੇਰੇ ਅੰਦਰ ਜਿਹੜੀ ਵਾਸ਼ਨਾ ਸੀ ਉਹ ਮਾਸ ਖਾਣ ਦੀ ਸੀ, ਉਸੇ ਵਾਸ਼ਨਾ ਦੇ ਕਰਕੇ ਆ ਮੈਂ ਬਘਿਆੜ ਦੀ ਜੂਨ ਵਿੱਚ ਪਿਆ ਹਾਂ। ਤੀਸਰਾ,
जो गुरु नानक, जो रहबर, जो फकीर, जो संत, जो बाबा तेरे घर दे विच आया, सिर्फ उहदी याद दे विच मैं आ गया, सिर्फ उहदे ख्याल विच मैं आ गया भी फलाने रुख दे थल्ले तेरा पिता बघियाड़ बनिया बैठा है, उहदे याद, उहदे चिंतन, उहदे सिमरन कह दईए, उहदे ख्याल दे विच मैं आ गया, इन्ने नाल ही मेरा उधार हो गया। ते तू वापस जा ते जाके उस बाबे दे चरण पकड़ ला, तेरा उधार हो जाएगा। सो इस तरह दुनी चंद जदों वापस आया, साहब मैंने बख्शिया, उन्होंने सूई भी दिती सी। जदों पुछया सी इन्ने कातों इन्नी माया इकट्ठी की, आ साडी सूई भी दरगाहे पहुँचा दई। सो इस तरह ये पावन घटना, फिर उत्थे बैठे सारे ब्राह्मणां नूं साहब जी ने संबोधन किया भी ये तुहाडे मन दा भुलेखा है, ये सारा कुछ अगे जांदा है। एक कटाक्ष किया सतगुरां ने, जिवें कह लो एक ताना मार के ते एक कटाक्ष करके, जिवें आपां कई दफ़ा गल घुमा के सिद्धी भी कर दिंदे, पर थोड़ी जी इस तरह करते हाँ कि अगले दे सामने कोई जवाब, कोई दलील ना होवे। कटाक्ष दलील दे नाल सतगुरां ने गल कीती। साहब जी बचन की प्रारंभता करदे कि पंडित जी सच्चाई पुछो तां, जे मुहाका घर मुहै, घर मोहे पितरी दे। जे एक बंदा मुहाका चोर घर मुहै, किसी दे घर विचों चोरी करके ते घर मोहे पितरी दे, ते वो चोरी दा धन जिहड़ा पितरी दे अपने घर दे विचों पितरां दे निमित्त देना करे। हुण इह दुनी चंद जिहड़ा है एक हिसाब दे नाल चोर है, क्योंकि इहदे कोल कोई अपने बिजनेस ते है नहीं, कोई इहदे कारोबार ते चलदे नहीं, दुनिया नूं लुटिया, लोकां दे घरां च चोरियां ठगियां करवाइयां, डाके मरवाए ने। आ जितना धन है ये गरीबां दा ही लुट के इकट्ठा कीता, होर इहदे किहड़ा बहुत वड्डे कारोबार चलदे ने, किहड़ा कोई राजा है। साहब जी एक कटाक्ष करके कहिंदे मन लो, वैसे तो तुहाडा पहुँचाया उत्थे जाना नहीं, पर एक समझण मात्र जे कह देवां कि मन लो भी तुहाडा खाधा होया, तुहानूं दिता होया सारा कुछ उस पितर लोक दे विच पहुँच जांदा है। तो साहब कहिंदे हुण फिर ये दसो कि जिस बंदे ने चोर है, चोरियां करके धन लिआंदा है, जां किसी दे घर विचों खो के लिआंदा है, लुट के लिआंदा है, ते अपने घर दे विच लिया करके मोहे पितरी दे, ते ਉਹ फिर ਉਹ चोरी का धन जिहड़ा है वो अपने पितरां दे निमित्त दान करे, भाव तुहाडे वरगे ब्राह्मणां नूं दवे, ते तुसीं बने होए हो विच ਉਹ विचोले। जिवें अज दी भाषा च कवां कोरीअर वाले हुंदे ने, एक थां तो चीज़ लैंदे दूजे दे घर पहुँचाउंदे। ब्राह्मण ते बणिया सी कोरीअर वाला भी तुसीं ऐस जहान मैनूं चीज़ फड़ाओ ते मैं बस ऐ गया ते पितर लोक विच तुहाडे बजुर्गां नूं फड़ा के बस वापिस आ जाना मैं। ये तां कोरीअर सिस्टम बनाई बैठे सीगे उस वेले। सो साहब कहिंदे जे मान लो ये चला भी गया तो तुहानूं पता है अगे जिहड़े बजुर्ग इन्हां दे बैठे हुए ने, अग्गै वस्त सिंहाणी है, पितरी चोर करे। पंडित जी ये तां चोर है ही है, तुसीं अगलिआं नूं भी चोर बना के रख देना है। कहिंदे जी किस तरह? दाता जी कहिंदे चोरी दी चीज़ है, अगे हुण जिहड़े बैठे ने उन्हां कोल तुसीं लै गए ते हुण ओह कल्ले तां बैठे ने, इस पिंड दे विचों होर भी तां कई पुराने बजुर्ग जिहड़े चढ़ाई कर गए ने, मर गए होने ने। जे इन्हां दे बजुर्ग इत्थे नहीं रहे ते उन्हां दे समय दे जिहड़े लोक सन ओह भी तां मर ही गए ने। उन्हां दे घरां चों इन्हें चीज़ां चुक्कीआं ने, उन्हां दे घरां च लुੱਟ मार उन्हां दे घरां दीआं चीज़ां ने। ते साहब कहिंदे जदों किसी दे घर दी चीज़ उहदे सामणे जांदी है, फटक दिन बंदा पछाण लैंदा जी तां साडे घर दी चीज़ है। ते हुण उत्ते दोनों सांझे बैठे ने, इन्हां वाले भी उत्ते बैठे ने ते लोकां दे घरां वाले भी उत्ते बैठे ने बजुर्ग। हुण जदों जिन्हां दे घर दीआं चीज़ां लिया के तुहानूं दे दित्तियां ते तुसीं अगे पितर लोक च पहुँचा दिंदे हो, ते उत्थे जिन्हां दे घर दी चीज़ है उन्हां तां पछाण लैणी है भी आ फलानी चीज़ तां साडे घरों आई है। आ जिहड़ा कपड़ा तुहाडे कोल आया पंडित ने पहुँचाया ये तो साडे घर दा कपड़ा है, आ फलानी चीज़ तो साडे घर दी है। इस तरह तो फिर उन्हां ने इन्हां दे जिहड़े पितर ने उन्हां नूं चोर किहा करना भी देखो तुसीं मात लोक ते चोरियां करदे रहे जे, चीज़ां ते तुहाडे घरों निकलदियां पईआं, साडीआं चोरी होईआं। इन्हां दे नाल नाल ओह विचारे जिहड़े दुनिया तो तुर गए, तुसीं तां उन्हां नूं भी चोर बना के रख देना। कटाक्ष कैसा बा कमाल कीता सतगुरां ने। साहब जी कहिंदे पहुँचदा नहीं कुछ भी, पर मैं तुहाडे नाल अद्धा कु मिंट सहमत होके जे कह देवां ते फिर मैनूं हुण इह जवाब दो कि जो कुछ तुसीं अगे पहुँचाया ते ओह तां फिर अगलिआं दे वास्ते भी जा करके नुकसानदायक होया। साहब जी कहिंदे इन्हां वਹਿਮਾਂ चों बाहर आओ, क्योंकि तूं जिहड़ा विच दलालियां करदा खैर तेरी भी नहीं है। वड्डी अहे हੱਥ दलाल के मुसफी एह करे, कि
ਤੇਰੇ ਵਰਗੇ ਜਿਹੜੇ ਦਲਾਲ ਨੇ ਨਾ, ਉਹਨਾਂ ਦੇ ਹੱਥ ਵੱਢੇ ਜਾਂਦੇ ਨੇ। ਕਿਉਂਕਿ ਦਲਾਲੀਆਂ ਕਰਨ ਵਾਲੇ, ਜਿਵੇਂ ਆਪਾਂ ਕਹਿ ਦਈਏ ਵਿਚੋਲਾ ਜਿਹੜਾ ਹੈ, ਉਹ ਕਈ ਦਫਾ ਦੋਨਾਂ ਪਾਸਿਆਂ ਤੋਂ ਫਸਦਾ ਹੈ। ਇੱਥੇ ਤਿੰਨੇ ਫਸਦੇ ਨੇ। ਇੱਕ ਤਾਂ ਅਗਲੇ ਪਿੱਤਰ, ਉਹ ਚੋਰ ਬਣਦੇ ਨੇ, ਇੱਕ ਇੱਧਰ ਬੈਠਾ ਦੁਨੀ ਚੰਦ, ਤੇ ਤੀਸਰਾ ਵਿੱਚ ਦਲਾਲੀਆਂ ਕਰਨ ਵਾਲਾ। ਸਾਹਿਬ ਜੀ ਕਹਿੰਦੇ ਜਦੋਂ ਨਿਆਂ ਹੋਣਾ ਨਾ, ਉਸ ਮੁਨਾਸਿਫ, ਉਸ ਕਰਤਾ ਪੁਰਖ ਪਰਮੇਸ਼ਰ ਨੇ ਜਦੋਂ ਨਿਆਂ ਕਰਨਾ, ਉਸ ਵਕਤ ਤੇਰੇ ਵਰਗੇ ਜਿਹੜੇ ਦਲਾਲ ਨੇ ਉਹ ਵਿੱਚ ਦੋਸ਼ੀ ਪਾਏ ਜਾਣੇ ਤਾਂ ਵੱਢੀਆਂ ਹੱਥ ਦਲਾਲ ਕੇ। ਇਹਨਾਂ ਦਲਾਲਾਂ ਦੇ ਵੀ ਹੱਥ ਜਿਹੜੇ ਨੇ ਉਹ ਵੱਢੇ ਜਾਂਦੇ ਹਨ। ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਘਾਲੇ ਦੇ। ਸਾਹਿਬ ਜੀ ਭਰਮ ਤੋੜਦਿਆਂ ਇਹਨਾਂ ਦਾ ਕਹਿੰਦੇ, ਪੰਡਿਤ ਜੀ ਤੁਹਾਡੀਆਂ ਪਚਾਈਆਂ ਚੀਜ਼ਾਂ ਅੱਗੇ ਨਹੀਂ ਪਹੁੰਚਦੀਆਂ, ਅੱਗੇ ਤੇ ਉਹ ਮਿਲਦਾ ਜੇ ਖੱਟੇ ਘਾਲੇ ਦੇ। ਜੋ ਸੰਸਾਰ ਤੇ ਬੰਦਾ ਖੱਟਦਾ, ਜੋ ਕਮਾਉਂਦਾ ਹੈ ਚੰਗੇ ਕਰਮ, ਜੋ ਘਾਲਣਾ ਘਾਲਦਾ ਹੈ, ਜਿਹਨੂੰ ਬਚਨ ਪੜ੍ਹਦੇ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਹੜੇ ਇੱਥੇ ਘਾਲਣਾ ਘਾਲਦੇ ਨੇ ਤੇ ਫਿਰ ਘਾਲੇ ਦੇ, ਜਿਹੜੇ ਘਾਲਣਾ ਘਾਲ ਕੇ ਉਸ ਘਾਲ ਕਮਾਈ ਦੇ ਵਿੱਚੋਂ ਕਿਸੇ ਨੂੰ ਕੁਝ ਦਿੰਦੇ ਨੇ। ਜਿਸ ਤਰ੍ਹਾਂ ਪਿੱਛੇ ਵੀ ਬਚਨ ਪੜ੍ਹੇ, ਜੋ ਦਾਨ, ਜੋ ਦਇਆ ਕਰਦਾ ਹੈ, ਉਹਦਾ ਫਲ ਸਰੂਪ ਪ੍ਰਾਪਤ ਹੁੰਦਾ ਹੈ। ਫਿਰ ਦੂਜਾ, ਜੋ ਘਾਲੇ ਦੇ, ਜਿਨ੍ਹਾਂ ਨੂੰ ਮਾਲਕ ਘਾਲਣਾ ਕਰਨ ਦੀ ਦਾਤ ਬਖਸ਼ਦਾ ਹੈ, ਜੋ ਇੱਥੇ ਕੁਝ ਖੱਟਦੇ ਨੇ, ਨਾਨਕ ਅੱਗੇ ਸੋ ਮਿਲੈ। ਸਾਹਿਬ ਦਾਤਾਰ ਪਾਤਸ਼ਾਹ ਜੀ ਕਹਿੰਦੇ ਅੱਗੇ ਸਿਰਫ ਉਹੀ ਮਿਲਦਾ ਹੈ। ਜਿਸ ਤਰ੍ਹਾਂ ਤੁਹਾਡੀਆਂ ਪਹੁੰਚਾਈਆਂ ਚੀਜ਼ਾਂ ਅੱਗੇ ਜਾਣ ਲੱਗਣ ਤੇ ਫਿਰ ਤੇ ਹੱਦ ਹੋ ਜਾਏਗੀ, ਕਮਾਲ ਹੋ ਜਾਏਗੀ। ਫਿਰ ਤਾਂ ਇਸ ਤਰ੍ਹਾਂ ਥੋੜ੍ਹਾ ਜਿਹਾ ਆਪਾਂ ਜੇ ਸਮਝ ਕੇ ਵੇਖੀਏ ਇਸ ਗੱਲ ਨੂੰ, ਇੰਝ ਹੋਏਗਾ ਧਰਮਰਾਜ ਦੇ ਕੋਲ ਰੋਜ਼ ਸਮਾਨ ਪਹੁੰਚਿਆ ਕਰੇਗਾ ਤੇ ਉਹਨੇ ਰੋਜ਼ ਕਦੀ ਕਿਸੇ ਬਜ਼ੁਰਗ ਨੂੰ ਆਵਾਜ਼ ਮਾਰਨੀ, ਉਹ ਫਲਾਣਾ ਸਿਓ ਇੱਧਰ ਆ ਤੇਰੇ ਘਰੋਂ ਥੱਲਿਓਂ ਸੂਟ ਆਇਆ ਹੀ ਕਾਟਨ ਦਾ ਬੜਾ ਵਧੀਆ, ਆ ਤੂੰ ਲੈ ਜਾ। ਜਿਸ ਤਰ੍ਹਾਂ ਕਿਸੇ ਥਾਂ ਦੇ ਉੱਤੇ ਮੰਨ ਲਓ ਕਾਫੀ ਲੋਕ ਰਹਿੰਦੇ ਹੋਣ, ਕੋਈ ਸੰਸਥਾ ਹੋਵੇ ਤੇ ਉੱਥੇ ਆਪਾਂ ਕੋਈ ਕੋਰੀਅਰ ਭੇਜੀਏ ਤੇ ਉਹ ਸੰਸਥਾ ਦੇ ਵਿੱਚ ਜਾਵੇ ਤੇ ਫਿਰ ਜਿਹੜਾ ਮੁਖੀ ਹੁੰਦਾ ਹੈ ਜਾਂ ਮੈਨੇਜਰ ਹੁੰਦਾ ਹੈ, ਉਹ ਫਿਰ ਨਾਂ ਪੜ੍ਹ ਕੇ ਆਵਾਜ਼ ਮਾਰਦਾ, ਭਾਈ ਫਲਾਣਾ ਸਿਓ ਕਿੱਥੇ ਆ, ਉਹਦੇ ਘਰੋਂ ਸਮਾਨ ਆਇਆ। ਤੇ ਤਾਂ ਫਿਰ ਇਹ ਸਿਸਟਮ ਹੋਏਗਾ, ਧਰਮਰਾਜ ਆਵਾਜ਼ ਮਾਰ ਕੇ ਕਿਆ ਕਰੇਗਾ, ਫਲਾਣਾ ਸਿਓ ਤੇਰੇ ਘਰੋਂ ਮੰਜਾ ਆਇਆ ਜੀ, ਆ ਤੇਰੇ ਘਰੋਂ ਚਾਦਰਾਂ ਆਈਆਂ ਨੇ, ਆ ਤੇਰੇ ਘਰੋਂ ਰੋਟੀ ਆਈ ਅੱਜ, ਫਿਰ ਤੇਰਾ ਟਿਫਨ ਆ ਗਿਆ, ਅੱਜ ਤੂੰ ਇਹ ਖਾ। ਫਿਰ ਇਹ ਆਹ ਸਿਸਟਮ ਸਾਰਾ ਕੁਛ ਉੱਤੇ ਚੱਲੇਗਾ। ਇਹ ਤਾਂ ਫਿਰ ਰੋਜ਼ ਕੋਰੀਅਰਾਂ ਦੀਆਂ ਲਾਈਨਾਂ ਲੱਗੀਆਂ ਰਹਿਣ ਉੱਤੇ। ਫਿਰ ਤਾਂ ਇਸ ਤਰ੍ਹਾਂ ਹੋਏਗਾ, ਜੋ ਮੈਂ ਸਮਝਦਾ ਵੀ ਉਸ ਧਰਮਰਾਜ ਦੀ ਕਚਹਿਰੀ ਨੂੰ ਜਾਣ ਵਾਲੇ ਮੁਰਦੇ ਘੱਟ ਹੋਇਆ ਕਰਨਗੇ ਤੇ ਸਮਾਨ ਪਹੁੰਚਾਉਣ ਵਾਲੇ ਬਾਹਮਣ ਪੰਡਤ ਜਿਹੜੇ ਉਹ ਜ਼ਿਆਦਾ ਰਾਹ 'ਚ ਮਿਲਿਆ ਕਰਨਗੇ। ਕਿਉਂਕਿ ਰਸਤਾ ਤੇ ਉਹੀ ਹੈ ਨਾ, ਸੜਕ ਤੇ ਉਹੀ ਹੈ ਜਿਸ ਤੋਂ ਕੋਰੀਅਰ ਵਾਲਾ ਲੰਘਦਾ ਤੇ ਜਿਸ ਤੋਂ ਆਪਾਂ ਲੰਘਦੇ ਪਏ ਹਾਂ। ਜਦੋਂ ਕੋਰੀਅਰ ਵਾਲਾ ਲੰਘਦਾ ਤੇ ਆਪਾਂ ਕਹਿ ਹੀ ਦਿੰਦੇ ਹਾਂ ਫਲਾਣੇ ਦੇ ਘਰ ਕੋਈ ਸਮਾਨ ਜਾ ਰਿਹਾ, ਕੋਰੀਅਰ ਵਾਲਾ ਕੋਈ ਸਮਾਨ ਲੈ ਕੇ ਜਾ ਰਿਹਾ। ਮੈਂ ਇਸ ਤਰ੍ਹਾਂ ਮਹਿਸੂਸ ਕਰਦਾ ਵੀ ਫਿਰ ਤਾਂ ਇਹ ਕਹਾਣੀ ਹੋ ਜਾਏਗੀ ਵੀ ਉਸ ਧਰਮਰਾਜ ਦੀ ਕਚਹਿਰੀ ਵਾਲੇ ਰਸਤੇ ਦੇ ਉੱਤੇ ਮੁਰਦੇ ਘੱਟ ਮਿਲਣਗੇ, ਜਮਦੂਤ ਘੱਟ ਮਿਲਣਗੇ ਤੇ ਬ੍ਰਾਹਮਣ ਜ਼ਿਆਦਾ ਮਿਲਣਗੇ। ਕਿਉਂਕਿ ਇਹਨਾਂ ਦਾ ਕੰਮ ਹੀ ਫਿਰ ਧੰਦਾ ਬਣ ਜਾਣਾ ਵੀ ਹਾਂ ਜੀ ਸਾਨੂੰ ਸਮਾਨ ਫੜਾਓ ਤੇ ਹਾਂ ਤੁਹਾਡੇ, ਜਿਵੇਂ ਆਪਾਂ ਕਹਿ ਦਿੰਦੇ ਰਾਤ ਸੁਪਨਾ ਆਇਆ ਜੀ, ਬਸ ਸੁਪਨੇ ਦੇ ਵਿੱਚ ਕੀ ਮੰਗਿਆ ਜੀ ਉਹਨੇ, ਫਲਾਣੀ ਚੀਜ਼, ਹਾਂ ਤੁਸੀਂ ਲਿਆ ਕੇ ਦਿਓ, ਬਸ ਮੈਂ ਹੁਣੇ ਗਿਆ ਤੇ ਸ਼ਾਮ ਤੱਕ ਪਹੁੰਚਾ ਕੇ ਮੈਂ ਵਾਪਿਸ ਆ ਜਾਣਾ ਸਾਈਨ ਕਰਾ ਕੇ। ਇਸ ਤਰ੍ਹਾਂ ਦੇ ਧਰਮ ਦੇ ਭਰਮ ਜਿਹੜੇ ਸਨ ਦੁਨੀਆ 'ਚ ਪੈਦਾ ਕੀਤੇ ਗਏ, ਜੋ ਅੱਜ ਵੀ ਚੱਲਦੇ ਪਏ ਨੇ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿਉਂ ਇਹਨਾਂ ਭਰਮਾਂ ਦੇ ਵਿੱਚ ਪਏ ਜੇ, ਇਹ ਤੁਹਾਡੇ ਪਚਾਏ ਹੋਏ ਭੋਜਨ ਅੱਗੇ ਨਹੀਂ ਜਾਣੇ। ਇਹ ਖੀਰ ਤੁਸੀਂ ਇੱਥੇ ਖਾ ਲਈ ਆ, ਅਗਲੇ ਨੂੰ ਖੀਰ ਨਹੀਂ ਮਿਲਣੀ, ਉਹ ਤਾਂ ਕਈ ਦਿਨਾਂ ਦਾ ਭੁੱਖਾ ਬੈਠਾ। ਇਹ ਕੱਪੜੇ ਸੋਹਣੇ ਤੂੰ ਤਨ ਤੇ ਹੰਡਾਉਣੇ ਨੇ, ਅਗਲੇ ਦੇ ਤਨ ਤੇ ਕੁਛ ਨਹੀਂ ਪਹਿਨਿਆ ਜਾਣਾ। ਅੱਗੇ ਤੇ ਉਹੀ ਮਿਲੇਗਾ ਜੇ ਖੱਟੇ ਕਾਲੇ ਦੇ, ਜੋ ਇੱਥੇ ਕਾਲ ਕਮਾਈ ਕਰਕੇ ਖੱਟ ਕੇ ਜਾਂਦਾ ਹੈ। ਮਹੱਲਾ ਪਹਿਲਾ। ਫਿਰ ਸਾਹਿਬ ਜੀ ਇੱਕ ਹੋਰ ਕਟਾਕਸ਼ ਕਰਕੇ ਕਹਿੰਦੇ, ਜਿਉਂ ਜੋਰੂ ਸਿਰ ਨਾਵਣੀ ਆਵੈ ਵਾਰੋ ਵਾਰ। ਜਿਸ ਤਰ੍ਹਾਂ ਇੱਕ ਇਸਤਰੀ, ਇੱਕ ਬੱਚੀ, ਧੀ, ਬੀਬੀ ਜਿਹੜੀ ਹੈ, ਉਹਨੂੰ ਹਰ ਵਾਰ ਮਹੀਨੇ ਦਾ ਮਾਸਿਕ ਧਰਮ ਜਿਹੜਾ ਆਉਂਦਾ ਹੈ, ਤਾਂ ਉਸ ਮਾਸਿਕ ਧਰਮ ਦੇ ਅੰਦਰ ਉਹ ਇਸ਼ਨਾਨ ਕਰਦੀ, ਕੇਸੀ ਇਸ਼ਨਾਨ ਕਰਦੀ ਹੈ। ਉਸ ਵਕਤ ਜੋ ਦੁਨੀਆ ਦੇ ਕਈ ਗ੍ਰੰਥਕਾਰਾਂ ਨੇ ਮਾਫ ਕਰਨਾ, ਉਹਨੂੰ ਅਸ਼ੁੱਧ ਮੰਨਿਆ ਹੈ, ਅਪਵਿੱਤਰ ਮੰਨਿਆ ਹੈ, ਤਾਂ ਉਸ ਵਕਤ ਉਹ ਕੇਸੀ ਇਸ਼ਨਾਨ ਕਰਦੀ ਹੈ ਆਪਣੀ ਪਵਿੱਤਰਤਾ ਲਈ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਸੱਭਿਅਕ ਸ਼ਬਦ ਹੈ, ਜੋ ਸੱਭਿਅਕ ਭਾਸ਼ਾ ਦੇ ਵਿੱਚ ਅਸੀਂ ਕਹੀਏ, ਉਹ ਵਰਤਿਆ ਸਿਰ ਨਾਵਣੀ, ਜੀ ਸਿਰ ਨਹਾਉਂਦੀ ਹੈ ਉਹਨਾਂ ਦਿਨਾਂ ਦੇ ਅੰਦਰ। ਤਾਂ ਸਭ ਕਹਿੰਦੇ ਜਿਉਂ ਜੋਰੂ, ਜਿਸ ਤਰ੍ਹਾਂ ਇਸਤਰੀ ਆਪਣੇ ਮਾਸਿਕ ਧਰਮ ਦੇ ਦਰਮਿਆਨ ਇਸ਼ਨਾਨ ਕਰਦੀ ਹੈ, ਸੁਚਮਤਾ ਧਾਰਨ ਕਰਦੀ, ਆਵੈ ਵਾਰੋ ਵਾਰ, ਤੇ ਉਹ ਮਾਸਿਕ ਧਰਮ ਹਰ ਮਹੀਨੇ ਜਿਵੇਂ ਉਹਨੂੰ ਆਉਣਾ ਕਰਦਾ ਹੈ।
ਝੂਠੇ ਝੂਠਾ ਮੁਖ ਵਸੈ, ਨਿਤ ਨਿਤ ਹੋਏ ਖੁਆਰ। ਤੇ ਜਿਸ ਤਰ੍ਹਾਂ ਉਹਨੂੰ ਹਰ ਮਹੀਨੇ ਉਸ ਪੀੜਾ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ, ਉਸ ਵਕਤ ਉਹਨੂੰ ਦੁਨੀਆ ਜਿਹੜੀ ਹੈ ਉਹ ਅਪਵਿੱਤਰ ਕਹਿ ਦਿੰਦੀ ਹੈ, ਦੁਨੀਆ ਦੀ ਭਾਸ਼ਾ ਕਹਿ ਦਿੰਦੀ ਹੈ। ਪਰ ਗਰੀਬ ਨਵਾਜ ਸਾਹਿਬ ਕਹਿੰਦੇ ਇਸੇ ਉਦਾਹਰਨ ਦੇ ਨਾਲ ਜੇ ਗੱਲ ਕਰੀਏ, ਝੂਠੇ ਝੂਠਾ ਮੁਖ ਵਸੈ, ਮਨੁੱਖ ਦੇ ਮੂੰਹ ਦੇ ਅੰਦਰ ਹਮੇਸ਼ਾ ਝੂਠ ਵਸ ਰਿਹਾ। ਫਿਰ ਝੂਠੇ ਝੂਠਾ ਮੁਖ ਵਸੈ, ਮੁਖ ਦੇ ਅੰਦਰ ਝੂਠ ਵਸਦੀ ਹੈ ਹਰ ਵੇਲੇ। ਕਿਉਂਕਿ ਦੇਖੋ, ਆਪਾਂ ਜ਼ੁਬਾਨ ਦੇ ਤਲ 'ਤੇ ਜਦੋਂ ਗੱਲ ਕਰਦੇ ਹਾਂ, ਭਾਵੇਂ ਆਪਾਂ ਆਪਣੇ ਹੱਥ ਸੁੱਚੇ ਕਰ ਲਏ, ਆਪਣਾ ਚਿਹਰਾ ਮੂੰਹ ਧੋ ਲਿਆ, ਇਸ਼ਨਾਨ ਕਰ ਲਿਆ, ਪਰ ਕਦੀ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਹੁਣੇ ਪਾਣੀ ਦਾ ਕੁਰਲਾ ਕੀਤਾ ਹੈ ਤੇ ਜੇ ਮੇਰੀ ਜ਼ੁਬਾਨ ਨੂੰ ਹੱਥ ਲੱਗ ਵੀ ਗਿਆ ਤੇ ਫਿਰ ਕੀ ਹੋ ਗਿਆ। ਜ਼ੁਬਾਨ ਨੂੰ ਹੱਥ ਲੱਗਣ ਦੇ ਨਾਲ ਮੈਂ ਹੁਣੇ ਕੁਰਲਾ ਕਰਕੇ ਹਟਿਆ, ਹੱਥ ਤੇ ਮੇਰੇ ਸੁੱਚੇ ਹੀ ਨੇ, ਜ਼ੁਬਾਨ ਤਾਂ ਮੇਰੀ ਸੁੱਚੀ ਹੈ ਨਾ। ਤਾਂ ਗਰੀਬ ਨਵਾਜ ਸਾਹਿਬ ਦਾਤਾਰ ਪਾਤਸ਼ਾਹ ਕਹਿੰਦੇ, ਝੂਠੇ ਝੂਠਾ ਮੁਖ ਵਸੈ, ਨਿਤ ਨਿਤ ਹੋਏ ਖੁਆਰ। ਇਸ ਤਰ੍ਹਾਂ ਨਿਤਾ ਪ੍ਰਤੀ ਖੁਆਰੀਆਂ ਜਿਹੜੀਆਂ ਨੇ ਉਹ ਪੱਲੇ ਦੇ ਵਿੱਚ ਪੈਂਦੀਆਂ ਨੇ। ਭਾਵ ਸਾਹਿਬ ਜੀ ਇੱਕ ਤਾਂ ਇੱਥੇ ਕਟਾਕਸ਼ ਉਹਦੇ ਬ੍ਰਾਹਮਣ 'ਤੇ ਕੀਤਾ, ਜਿਸ ਤਰ੍ਹਾਂ ਉਹ ਮਾਸਿਕ ਧਰਮ ਦੇ ਦਰਮਿਆਨ ਉਹ ਇਸਤਰੀ ਓਨੀ ਦਿਨੀ ਅਪਵਿੱਤਰ ਹੈ, ਤੂੰ ਤੇ ਸਦਾ ਹੀ ਖੁਆਰ ਹੈ, ਕਿਉਂਕਿ ਤੇਰੀ ਜ਼ਿੰਦਗੀ 'ਚ ਝੂਠ ਵਸਦਾ, ਤੇਰੀ ਜ਼ਿੰਦਗੀ 'ਚ ਝੂਠ ਦੇ ਨਾਲ ਨਾਲ ਝੂਠ ਵਸਦੀ ਹੈ। ਕਿਉਂਕਿ ਝੂਠ ਜਿਹੜੀ ਹੈ ਉਹ ਇੱਕ ਤਨ ਦੀ ਹੈ, ਇੱਕ ਮਨ ਦੀ ਝੂਠ ਹੈ, ਜਿਹਨੂੰ ਸਾਹਿਬ ਅਗਲੇ ਸਲੋਕਾਂ ਵਿੱਚ ਵੀ ਜ਼ਿਕਰ ਕਰਨਗੇ ਤੇ ਪਿਛਾਂ ਵੀ ਸਤਿਗੁਰਾਂ ਨੇ ਜ਼ਿਕਰ ਕੀਤਾ। ਸੋ ਦਾਤਾਰ ਹਜ਼ੂਰ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਨਿਤਾ ਪ੍ਰਤੀ ਖੁਆਰੀਆਂ ਹੁੰਦੀਆਂ। ਪੁੱਛਿਆ ਮਹਾਰਾਜ ਫਿਰ ਸੁੱਚੇ ਕੌਣ? ਤਾਂ ਦਾਤਾ ਜੀ ਕਹਿੰਦੇ, ਸੂਚੇ ਇਹ ਨਾ ਆਖੀ ਅਹੇ, ਬਹਿਣ ਜੇ ਪਿੰਡਾ ਧੋਏ। ਇਹਨਾਂ ਨੂੰ ਸੁੱਚੇ ਨਹੀਂ ਕਿਹਾ ਜਾ ਸਕਦਾ ਜਿਹੜੇ ਕੇਵਲ ਇਸ ਤਨ ਨੂੰ, ਇਸ ਸਰੀਰ ਨੂੰ ਧੋ ਕਰਕੇ ਬਹਿ ਜਾਂਦੇ ਨੇ। ਜਦੋਂ ਗੁਰੂ ਕੀ ਬਾਣੀ ਅੰਦਰ ਬਚਨ ਪੜ੍ਹਦੇ, ਲੌਕੀ 68 ਤੀਰਥ ਨਹਾਈ, ਕੌਰਾ ਪਨ ਤਊ ਨਾ ਜਾਈ, ਤਾਂ ਹਜ਼ੂਰ ਦਾਤਾਰ ਪਾਤਸ਼ਾਹ ਕਹਿੰਦੇ ਜਿਹੜੇ ਕੇਵਲ ਬਹਿਣ ਜੇ ਪਿੰਡਾ ਧੋਏ, ਪਿੰਡਾ ਧੋ ਕਰਕੇ ਬਹਿ ਜਾਂਦੇ ਨੇ। ਕਿਉਂਕਿ ਜਦੋਂ ਉਸ ਬ੍ਰਾਹਮਣ ਦੇ ਨਾਲ ਇਹ ਵਿਚਾਰ ਹੋ ਰਹੀ ਤਾਂ ਉਹਨੇ ਇਸ਼ਨਾਨ ਕੀਤਾ ਹੈ, ਆਪਣੇ ਤਨ ਨੂੰ ਸਵਾਰਿਆ ਹੈ, ਆਪਣੇ ਤਨ ਨੂੰ ਬਿਲਕੁਲ ਉਹਨੇ ਮਲ ਕੇ ਧੋ ਕੇ ਸੋਹਣੇ ਚਿੱਟੇ ਕੱਪੜੇ ਪਾ ਕਰਕੇ ਉਸ ਜਜ਼ਮਾਨ ਦੁਨੀ ਚੰਦ ਦੇ ਘਰੇ ਆ ਕੇ ਬੈਠਾ। ਤਾਂ ਸਾਹਿਬ ਕਹਿੰਦੇ ਤੂੰ ਪਿੰਡਾ ਧੋ ਕੇ ਬੈਠਾ ਹੈ। ਕਿਉਂਕਿ ਅਗਲੇ ਸਲੋਕਾਂ 'ਚ ਵੀ ਜਦੋਂ ਸਤਿਗੁਰੂ ਜ਼ਿਕਰ ਕਰਨਗੇ ਤਾਂ ਉਦੋਂ ਇਹੀ ਜ਼ਿਕਰ ਹੋਏਗਾ ਕਿ ਨਾਨਕ ਹੰਸਾਂ ਆਦਮੀ ਬੱਧੇ ਜੰਮਪੁਰ ਜਾਹੇ, ਕਿ ਜਿਸ ਤਰ੍ਹਾਂ ਹੰਸ ਹੈ ਬਿਲਕੁਲ ਚਿੱਟਾ ਸਫੈਦ, ਉਸ ਤਰ੍ਹਾਂ ਦੇ ਤੁਸੀਂ ਬਣ ਕਰਕੇ ਆਉਂਦੇ ਹੋ। ਤੇ ਭਾਵੇਂ ਕੋਈ ਵੀ ਧਰਮ ਦਾ ਮਨੁੱਖ ਹੈ, ਸਾਰਿਆਂ ਦੇ ਵੱਲ ਹੀ ਇਸ਼ਾਰਾ ਕਰਦੇ ਨੇ। ਤਾਂ ਦਾਤਾਰ ਪਾਤਸ਼ਾਹ ਜੀ ਇੱਥੇ ਜ਼ਿਕਰ ਕਰ ਰਹੇ ਨੇ, ਬਹਿਣ ਜੇ ਪਿੰਡਾ ਧੋਏ, ਇਸ ਤਰ੍ਹਾਂ ਨਹੀਂ ਹੋ ਸਕਦਾ। ਸੁਚਮਤਾ ਕਿੱਥੇ? ਸੂਚੇ ਸੇਈ ਨਾਨਕਾ, ਜਿਨ ਮਨ ਵਸਿਆ ਸੋਏ। ਹਜ਼ੂਰ ਦਾਤਾਰ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਮਨ ਦੇ ਅੰਦਰ ਸੋਏ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ, ਜੋ ਸੋਏ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਤੇ ਜੋ ਸੋਏ ਹਰ ਇੱਕ ਦੇ ਅੰਦਰ ਉਹ ਸੋਈ ਕਰਤਾ ਅਕਾਲ ਪੁਰਖ ਪਰਮੇਸ਼ਰ ਹੀ ਰਮਿਆ ਹੋਇਆ, ਵਸਿਆ ਹੋਇਆ। ਸੂਚੇ ਸੇਈ ਨਾਨਕਾ, ਜਿਨ੍ਹਾਂ ਦੇ ਮਨ ਅੰਦਰ ਉਹ ਵਸਦਾ ਹੈ ਉਹ ਸੁੱਚੇ ਨੇ। ਹੁਣ ਇੱਥੇ ਇੱਕ ਗੱਲ ਸਮਝਣੀ ਪਏਗੀ, ਸਾਡੇ ਹਿਰਦੇ ਦੇ ਅੰਦਰ ਤੇ ਉਹ ਹਰ ਵਕਤ ਅੱਠੇ ਪਹਿਰ ਹਰ ਸਵਾਸ ਸਾਡੇ ਅੰਦਰ ਹੈ, ਪਰ ਸਾਹਿਬ ਫਿਰ ਵੀ ਵਾਰ-ਵਾਰ ਸਾਨੂੰ ਬਾਣੀ 'ਚ ਕਹਿੰਦੇ ਨੇ ਉਹਨੂੰ ਮਨ ਦੇ ਅੰਦਰ ਵਸਾ, ਕਿਉਂਕਿ ਹਿਰਦੇ ਵਿੱਚ ਸਾਡੇ ਅੰਦਰ ਉਹਦੀ ਜੋਤ ਹੈ। ਜੋਤ ਤੋਂ ਬਿਨਾਂ ਤੇ ਅਸੀਂ ਇੱਕ ਛਿਨ ਵੀ ਨਹੀਂ ਰਹਿ ਸਕਦੇ। ਹਾਲਾਂਕਿ ਇਹ ਦੇਖੋ ਕਿ 100 ਸਾਲ, 150 ਸਾਲ, 50 ਸਾਲ, 200 ਸਾਲ ਤੱਕ ਜੇ ਉਹ ਜੋਤ ਸਾਡੇ ਸਰੀਰ ਦੇ ਵਿੱਚ ਹੈ ਤਾਂ ਸਾਡਾ ਸਰੀਰ ਚੱਲਦਾ ਫਿਰਦਾ, ਹੱਸਦਾ ਖੇਡਦਾ, ਖਾਂਦਾ ਪੀਂਦਾ। ਪਰ ਜਿਵੇਂ ਹੀ ਉਹ ਜੋਤ ਇਸ ਸਰੀਰ ਦੇ ਵਿੱਚੋਂ ਨਿਕਲਦੀ ਹੈ ਤੇ ਕਮਾਲ ਦੀ ਗੱਲ ਹੈ ਕਿ ਉਸੇ ਛਿਨ, ਉਸੇ ਘੜੀ, ਕੁਝ ਕੁ ਸਮੇਂ ਬਾਅਦ ਇਸ ਸਰੀਰ ਨੂੰ ਜੇ ਧੁੱਪੇ ਰੱਖ ਦਿਓ ਬਦਬੂ ਮਾਰਨ ਲੱਗ ਜਾਂਦਾ ਹੈ, ਜਿਹਨੂੰ ਬਰਾਬਰ ਟੈਂਪਰੇਚਰ 'ਚ ਨਾ ਰੱਖੋ ਇਹ ਕਾਲਾ ਪੈਣ ਲੱਗ ਜਾਂਦਾ ਹੈ। ਕਿਉਂ? ਸਾਰਾ ਕੁਝ ਕਿਉਂਕਿ ਅੰਦਰੋਂ ਜੋਤ ਖਤਮ ਹੋ ਚੁੱਕੀ। ਸੋ ਜੋਤ ਕਰਕੇ ਤੇ ਸਾਹਿਬ ਬਾਣੀ ਅੰਦਰ ਕਹਿੰਦੇ ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਪਰ ਮਨ ਦੇ ਵਿੱਚ ਵਸਾਉਣ ਦਾ ਉਹਦਾ ਭਾਵ ਅਰਥ ਇਹ ਹੈ ਕਿ ਉਹਨੂੰ ਸਿਮਰਦਿਆਂ ਸਿਮਰਦਿਆਂ ਉਹਦੀ ਯਾਦ ਦੇ ਨਾਲ ਇਸ ਪ੍ਰਕਾਰ ਜੁੜ ਜਾਣਾ ਕਿ ਮਨ ਦੇ ਖਿਆਲਾਤ ਜਿਵੇਂ ਹਰ ਵਕਤ ਸਾਡੇ ਸੰਸਾਰ ਦੇ ਨਾਲ ਬੱਝੇ ਨੇ, ਸੰਸਾਰ ਦੇ ਨਾਲ ਜੁੜੇ ਨੇ, ਇਸ ਤਰ੍ਹਾਂ ਇਹ ਮਨ ਦੇ ਖਿਆਲ ਜਿਹੜੇ ਨੇ ਉਸ ਕਰਤਾ ਪੁਰਖ ਦੀ ਯਾਦ ਦੇ ਅੰਦਰ ਜੁੜ ਜਾਣੇ। ਤਾਂ ਦਾਤਾਰ ਪਾਤਸ਼ਾਹ ਕਹਿੰਦੇ ਉਹ ਸੁੱਚੇ ਹਨ ਜਿਹੜੇ ਹਰ ਵਕਤ ਉਹਦੀ ਯਾਦ ਅੰਦਰ ਜੁੜੇ ਰਹਿੰਦੇ ਨੇ। ਅੱਠੇ ਪਹਿਰ ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਕਾਈਐ।
ਦਾਤਾਰ ਜੀ ਫਿਰ ਦੁਨੀ ਚੰਦ ਅਤੇ ਉਹਨਾਂ ਸਾਰੇ ਬ੍ਰਾਹਮਣਾਂ ਨੂੰ ਸਮਝਾਉਂਦਿਆਂ ਪੌੜੀ ਦੇ ਅੰਦਰ ਵਾਰ ਅੰਦਰ ਕਿਰਪਾ ਕਰਦੇ। ਪੌੜੀ ਤੁਰੇ ਪਲਾਣੇ ਪਾਉਣ ਵੇਗ, ਹਰ ਰੰਗੀ ਹਰਮ ਸਵਾਰਿਆ। ਤੁਰੇ ਉਹ ਘੋੜੇ ਜਿਨ੍ਹਾਂ ਦੇ ਉੱਤੇ ਪਲਾਣੇ ਕਾਂਠੀਆਂ ਪਾਈਆਂ ਹੋਣ, ਪਾਉਣ ਵੇਗ ਜਿਹੜੇ ਹਵਾ ਦੀ ਨਿਆਈ ਇੰਨੇ ਤੇਜ਼ ਚੱਲਦੇ ਹੋਵਨ, ਜਿਨ੍ਹਾਂ ਨੂੰ ਜਦੋਂ ਅਸੀਂ ਤਵੈ ਪ੍ਰਸਾਦ ਸਵਈਏ ਪੜ੍ਹਦੇ ਹਾਂ ਤੇ ਧੰਨ ਗੁਰ ਕਲਗੀਧਰ ਪਾਤਸ਼ਾਹ ਜੀ ਵੀ ਇੱਕ ਬਚਨ ਕਹਿੰਦੇ, ਪੌਣ ਤੋਂ ਰੰਗ ਕਿ ਪੌਣ ਦੇ ਬਰਾਬਰ ਚੱਲਣ ਵਾਲੇ ਘੋੜੇ ਹੋਵਣ। ਤਾਂ ਦਾਤਾਰ ਜੀ ਕਹਿੰਦੇ ਪਲਾਣੇ ਜਿਨ੍ਹਾਂ ਤੇ ਸੋਹਣੀਆਂ ਕਾਂਠੀਆਂ ਪਾਈਆਂ ਹੋਣ ਤੇ ਪਾਉਣ ਵੇਗ, ਉਹ ਘੋੜੇ ਹਵਾ ਦੀ ਤਰ੍ਹਾਂ ਤੇਜ਼ ਚੱਲਣ। ਜਿਵੇਂ ਅੱਜ ਦੇ ਜ਼ਮਾਨੇ 'ਚ ਅਸੀਂ ਕਹਿ ਦਿੰਦੇ ਹਾਂ ਕੁਝ ਐਸੀਆਂ ਗੱਡੀਆਂ ਜਿਨ੍ਹਾਂ ਦਾ ਚੱਲਣਾ ਇਸ ਪ੍ਰਕਾਰ ਹੁੰਦਾ, ਆਪਾਂ ਕਹਿੰਦੇ ਵੀ ਹਵਾ ਨੂੰ ਗੰਢਾਂ ਮਾਰਦੀ, ਹਵਾ ਦੇ ਨਾਲ ਗੱਲਾਂ ਕਰਦੀ ਜਾਂਦੀ ਹੈ। ਸੋ ਇਸ ਤਰ੍ਹਾਂ ਪੁਰਾਣੇ ਸਮੇਂ 'ਚ ਉਹ ਮਹਿੰਗੇ ਤੋਂ ਮਹਿੰਗੇ ਘੋੜੇ ਜਿਹੜੇ ਇਸ ਤਰ੍ਹਾਂ ਚੱਲਦੇ ਸਨ ਜਿਵੇਂ ਪੌਣ ਹੈ, ਜਿਵੇਂ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲਦੀਆਂ। ਤਾਂ ਸਾਹਿਬ ਕਹਿੰਦੇ ਨਾਲ ਹਰ ਰੰਗੀ ਹਰਮ ਸਵਾਰਿਆ। ਹਰਮ ਕਹਿੰਦੇ ਨੇ ਇਸਲਾਮਿਕ ਭਾਸ਼ਾ ਦੇ ਅੰਦਰ, ਵੈਸੇ ਅਰਬੀ ਭਾਸ਼ਾ ਦਾ ਸ਼ਬਦ ਹੈ ਹਰਮ। ਹਰਮ ਕਹਿੰਦੇ ਨੇ ਇਸਤਰੀ ਨੂੰ, ਇੱਕ ਘਰ ਵਾਲੀ ਨੂੰ ਵੀ, ਤੇ ਦੂਸਰਾ ਜੋ ਰਾਜੇ ਕਈ ਰਾਣੀਆਂ ਆਪਣੇ ਕੋਲ ਰੱਖਿਆ ਕਰਦੇ ਸਨ। ਤਾਂ ਫਿਰ ਪਲਾਣੇ ਊਠਾਂ ਨੂੰ ਵੀ ਕਿਹਾ ਜਾਂਦਾ ਹੈ। ਫਿਰ ਪਲਾਣੇ ਜਿਨ੍ਹਾਂ ਤੇ ਬਹਿ ਕਰਕੇ ਪਲਾਇਨ ਕੀਤਾ ਜਾਵੇ, ਭਾਵੇਂ ਉਹ ਘੋੜੇ ਨੇ, ਭਾਵੇਂ ਊਠ ਨੇ, ਭਾਵੇਂ ਹਾਥੀ ਨੇ, ਇੱਕ ਇਹ ਵੀ ਅਰਥ ਹੈ। ਤਾਂ ਦਾਤਾ ਜੀ ਕਹਿੰਦੇ ਆ ਸਾਰਾ ਕੁਝ ਦੁਨੀਆ ਤੇ ਬੰਦਾ ਭੋਗਦਾ ਹੋਵੇ, ਨਾਲ ਸੋਹਣੀਆਂ ਇਸਤਰੀਆਂ ਹੋਣ, ਫਿਰ ਉਹਨਾਂ ਨੂੰ, ਉਹਨਾਂ ਹਰਮਾਂ, ਉਹਨਾਂ ਇਸਤਰੀਆਂ ਨੂੰ ਕਈ ਤਰ੍ਹਾਂ ਦੇ ਨਾਲ ਸੋਹਣੇ ਗਹਿਣੇ, 16 ਸ਼ਿੰਗਾਰ, ਸੋਹਣੇ ਵਸਤਰ ਆਦਿਕ ਦੇ ਕਰਕੇ ਉਹਨਾਂ ਨੂੰ ਸ਼ਿੰਗਾਰਿਆ ਹੋਵੇ, ਉਹਨਾਂ ਨੂੰ ਸਵਾਰਿਆ ਹੋਵੇ। ਫਿਰ ਘੋੜੇ ਊਠ ਆਦਿਕ ਜਿਨ੍ਹਾਂ ਤੇ ਸਵਾਰੀਆਂ ਕਰਨੀਆਂ, ਉਹਨਾਂ ਨੂੰ ਬੜਾ ਸੋਹਣਾ ਸਵਾਰਿਆ ਹੋਵੇ। ਕਿਉਂਕਿ ਜਦੋਂ ਆਪਾਂ ਦੇਖਦੇ ਹਾਂ, ਕਦੀ ਰਾਜਸਥਾਨ ਜਾਓ ਤਾਂ ਉੱਥੇ ਜਿਹੜੇ ਊਠ ਨੇ ਉਹਨਾਂ 'ਤੇ ਜਦੋਂ ਆਪਾਂ ਕੈਮਲ ਰਾਈਡ ਕਰਦੇ ਹਾਂ ਤੇ ਦੇਖਦੇ ਉਹਨਾਂ ਨੇ ਕਿੱਡੇ ਸੋਹਣੇ, ਉਹਨਾਂ 'ਤੇ ਚਾਦਰਾਂ ਜਿਹੜੀਆਂ ਨੇ ਉਹ ਪਾਈਆਂ ਹੁੰਦੀਆਂ, ਹੋਰ ਸੋਹਣੇ ਸੋਹਣੇ ਕੱਪੜਿਆਂ ਨਾਲ ਉਹਨਾਂ ਨੂੰ ਸ਼ਿੰਗਾਰਿਆ ਹੁੰਦਾ। ਘੋੜਿਆਂ ਨੂੰ ਵੀ ਲੋਕ ਸ਼ਿੰਗਾਰਦੇ ਸਨ। ਅੱਜ ਵੀ ਜਦੋਂ ਵਿਆਹਾਂ ਵਿੱਚ ਘੋੜੀ ਕੱਢਦੇ ਲੋਕ ਤੇ ਕਿੰਨਾ ਉਹਨੂੰ ਸ਼ਿੰਗਾਰਿਆ ਜਾਂਦਾ। ਸੋ ਇਹ ਅਸਵਾਰੀਆਂ ਕਰਨ ਦੇ ਟਾਈਮ ਇਹਨਾਂ ਨੂੰ ਸ਼ਿੰਗਾਰਿਆ ਜਾਂਦਾ ਸੀ। ਵੈਸੇ ਜਦੋਂ ਜੰਗ ਦੇ ਵਿੱਚ ਘੋੜਾ ਲਿਜਾਂਦੇ ਸੀ ਉਦੋਂ ਨਹੀਂ ਸੀ ਉਹਨੂੰ ਸ਼ਿੰਗਾਰਦੇ। ਖੈਰ ਦਾਤਾ ਜੀ ਇੱਥੇ ਕਹਿੰਦੇ ਉਹਨਾਂ ਨੂੰ ਵੀ ਸ਼ਿੰਗਾਰਿਆ ਜਾਵੇ, ਹਰਮਾਂ ਇਸਤਰੀਆਂ ਵੀ ਸ਼ਿੰਗਾਰੀਆਂ ਹੋਣ, ਫਿਰ ਇਹ ਸਾਰੇ ਸੋਹਣੇ ਸਾਧਨ ਕੋਲ ਹੋਣ, ਇੰਨੀਆਂ ਮਹਿੰਗੀਆਂ ਚੀਜ਼ਾਂ ਹੋਣ, ਇਹ ਵੀ ਸੋਹਣੀਆਂ ਸ਼ਿੰਗਾਰੀਆਂ ਤੇ ਸਵਾਰੀਆਂ ਹੋਣ। ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ। ਇਹਨਾਂ ਦੇ ਨਾਲ ਚਿੱਤ ਲਾ ਕਰਕੇ ਕੋਠੇ ਮੰਡਪ ਮਾੜੀਆਂ, ਉੱਚੇ ਮਹਿਲ ਮੁਨਾਰੇ ਅਟਾਰੀਆਂ ਤੇ ਮੰਡਪ, ਪਿਛਲੇ ਸਲੋਕਾਂ 'ਚ ਵੀ ਮੈਂ ਜ਼ਿਕਰ ਕੀਤਾ ਸੀ, ਉਹ ਥਾਂ, ਉਹ ਕਨਾਤਾਂ, ਉਹ ਤੰਬੂ ਜਿਹੜੇ ਵਕਤੀ ਸਮੇਂ ਦੇ ਵਾਸਤੇ ਲਾਏ ਜਾਵਣ। ਜਿਸ ਤਰ੍ਹਾਂ ਸ਼ਿਕਾਰ ਖੇਡਣ ਨਿਕਲਿਆ ਰਾਜਾ, ਉਹਨੂੰ ਪਤਾ ਮੈਨੂੰ ਸ਼ਾਮ ਪੈ ਜਾਣੀ ਹੈ, ਉਹ ਨਾਲ ਉਹਦੀਆਂ ਫੌਜਾਂ ਸਮਾਨ ਚੁੱਕ ਲੈਂਦੀਆਂ ਸੀ। ਕੀ ਪਤਾ ਉਹਨੇ ਕਿੱਥੇ ਕਹਿ ਦੇਣਾ ਮੈਂ ਅੱਧਾ ਘੰਟਾ ਆਰਾਮ ਕਰਨਾ, ਉੱਥੇ ਫਿਰ ਉਹ ਤੰਬੂ ਲਾ ਦਿੰਦੇ ਸੀਗੇ। ਜੇ ਕਿਤੇ 1-2 ਦਿਨ ਉਹਨੇ ਸਫ਼ਰ 'ਤੇ ਨਿਕਲਣਾ ਤਾਂ ਜਿਵੇਂ ਹੀ ਉਹਨੇ ਆਰਾਮ ਕਰਨ ਦਾ ਫੁਰਨਾ ਬਣਾਉਣਾ, ਉਸੇ ਵਕਤ ਸੋਹਣੇ ਤੰਬੂ ਜਿਹੜੇ ਕਹਿ ਲਓ ਸੋਹਣੇ ਕਮਰਿਆਂ ਦੀ ਤਰ੍ਹਾਂ ਸਜਾ ਦੇਣੇ, ਕਨਾਤਾਂ ਲਾ ਦੇਣੀਆਂ। ਜਿੰਨਾ ਸਮਾਂ ਉਹਨੇ ਰੁਕਣਾ ਉਸ ਤੋਂ ਬਾਅਦ ਉਹ ਸਾਰਾ ਕੁਝ ਫਿਰ ਇਕੱਠਾ ਕਰ ਲਿਆ ਜਾਂਦਾ ਸੀ। ਵਕਤੀ ਸਮੇਂ ਦੇ ਵਾਸਤੇ ਕਦੀ ਸ਼ਿਕਾਰ ਖੇਡਣ ਗਏ, ਕਦੀ ਘੁੰਮਣ ਫਿਰਨ ਗਏ, ਉਸ ਵਕਤ ਜਿਹੜੇ ਲਾਏ ਜਾਂਦੇ ਸੀ ਉਹਨਾਂ ਨੂੰ ਮੰਡਪ ਵੀ ਕਹਿੰਦੇ ਸਨ। ਤਾਂ ਦਾਤਾ ਜੀ ਕਹਿੰਦੇ ਇਹਨਾਂ ਦੇ ਨਾਲ ਚਿੱਤ ਲਾ ਕਰਕੇ ਬੈਠੇ ਕਰ ਪਾਸ ਆ ਰਹੇ ਆ। ਇਹ ਸਾਰਾ ਪਸਾਰਾ ਕਰਕੇ ਬੈਠੇ ਹੋਏ ਨੇ ਲੋਕ। ਉਹ ਰਾਜੇ ਵੀ ਸਨ, ਅੱਜ ਦੇ ਲੋਕ ਆਪਾਂ ਵੀ ਸੰਸਾਰ 'ਤੇ ਵੱਡੇ ਵੱਡੇ ਪਸਾਰੇ ਕਰਕੇ। ਬਸ ਇਹ ਹੈ, ਉਹ ਤੰਬੂ ਵੀ ਵਕਤੀ ਸਮੇਂ ਲਈ ਸੀ, ਸਾਡੇ ਵੀ ਘਰ ਘਾਟ ਜਿਹੜੇ ਵਕਤੀ ਸਮੇਂ ਵਾਸਤੇ ਹਨ। ਪਰ ਦਾਤਾ ਜੀ ਕਹਿੰਦੇ ਇਹਨਾਂ ਨਾਲ ਚਿੱਤ ਲਾ ਕਰਕੇ ਬੈਠੇ ਨੇ। ਚੀਜ਼ ਕਰਨ ਮਨ ਭਾਵਨ ਦੇ, ਹਰ ਬੁੱਝਣ ਨਾਹੀ ਹਾਰਿਆ। ਬੰਦੇ ਮਨ ਭਾਉਂਦੇ ਚੋਜ ਕਰਦੇ ਨੇ। ਤੇ ਮੈਂ ਜ਼ਿਕਰ ਕਰਾਂ, ਇਹ ਕੈਸੇ ਕੈਸੇ ਚੋਜ ਨੇ ਮਨੁੱਖ ਦੇ, ਕਿ ਹਰ ਇੱਕ ਚੀਜ਼ ਜਿਹੜੀ ਹੈ ਉਹਨੂੰ ਖਾਣ ਦਾ ਤਰੀਕਾ ਵੱਖਰਾ, ਬਸ ਚੋਜ ਨੇ। ਸਿੱਧਾ ਭੋਜਨ ਨਹੀਂ ਇਹ ਮਨੁੱਖ ਖਾ ਸਕਦਾ। ਤੇ ਬਸ ਜਿਵੇਂ ਕਈ ਦਫਾ ਮੈਂ ਕਹਿੰਦਾ ਹੁੰਦਾ ਕਿ ਇੱਕ ਚੀਜ਼ ਨੂੰ ਥੋੜ੍ਹਾ ਜਿਹਾ ਰੰਗ ਬਦਲ ਦਿੰਦੇ ਨੇ, ਉਹਦਾ ਨਾਮ ਬਦਲ ਕੇ ਰੱਖ ਦਿੰਦੇ ਨੇ। ਇੱਕ ਮਸਾਲਾ ਹੋਟਲ ਵਾਲੇ ਵੱਧ ਪਾ ਦਿੰਦੇ ਤੇ ਉਹਦਾ ਨਾਮ ਵੱਖਰਾ ਕਰ ਦਿੰਦੇ ਨੇ। ਇਹ ਸਾਰੇ ਅਮੀਰਾਂ ਦੇ ਚੋਜ ਨੇ। ਗਰੀਬ ਤੇ ਬਸ ਅੱਜ ਰੋਟੀ ਭਾਲਦਾ ਵੀ 2 ਰੋਟੀਆਂ ਹੋਣ, ਉੱਤੇ ਕੁਝ ਸਬਜ਼ੀ ਪਾ ਦਿਓ, ਬਸ ਇਹਦੇ ਨਾਲ ਮੈਂ ਸ਼ੁਕਰ ਕਰਕੇ ਖਾ ਲਾਂ। ਪਰ ਮਾफ़ ਕਰਿਓ, ਇਸ ਤਰ੍ਹਾਂ ਦੇ ਹਾਲਾਤ ਚੱਲਦੇ ਪਏ ਨੇ ਦੁਨੀਆ ਦੇ। ਲੋਕ ਅੰਨ ਤੋਂ ਮੁਥਾਜ ਹੋਏ ਪਏ ਨੇ। ਪਰ ਜਿਨ੍ਹਾਂ ਦੇ ਘਰਾਂ 'ਚ ਕਿਤੇ 4 ਟਕੇ ਹੈਗੇ ਨੇ, ਉਹ ਅੱਜ ਵੀ ਚੋਜ ਕਰ ਕਰਕੇ ਖਾਂਦੇ ਨੇ।
ਉਹ ਅੱਜ ਵੀ ਜਿਵੇਂ ਕਹਿ ਲਓ ਕਿ ਇਸ ਤਰ੍ਹਾਂ ਨਖਰਿਆਂ ਦੇ ਨਾਲ ਖਾਂਦੇ ਨੇ ਤੇ ਆਮ ਗਰੀਬ ਬੰਦਾ ਜਿਹੜਾ ਉਹਨੂੰ ਲੱਭਦਾ ਕੁਛ ਨਹੀਂ ਪਿਆ। ਸੋ ਦਾਤਾ ਜੀ ਇੱਥੇ ਕਹਿੰਦੇ ਚੀਜ਼ ਕਰਨ ਮਨ ਭਾਵਦੇ, ਮਨ ਭਾਉਂਦੇ ਚੋਜ ਕਰਦੇ ਨੇ, ਹਰ ਬੁੱਝਣ ਨਾਹੀਂ ਹਾਰਿਆ। ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਬੁੱਝਦੇ ਨਹੀਂ, ਜਾਣਦੇ ਨਹੀਂ, ਉਹਦੇ ਨਾਲ ਕੋਈ ਸਾਂਝ ਨਹੀਂ ਪਾਉਂਦੇ। ਇਸ ਕਰਕੇ ਮਨੁੱਖਾ ਜੀਵਨ, ਮਨੁੱਖਾ ਜਨਮ ਜਿਹੜਾ ਇਹਨਾਂ ਨੇ ਹਾਰ ਦਿੱਤਾ ਹੈ। ਕਰ ਫੁਰਮਾਇਸ ਖਾਇਆ, ਵੇਖ ਮਹਿਲਤ ਮਰਨ ਵਿਸਾਰਿਆ। ਫਿਰ ਸਾਹਿਬ ਜੀ ਕਹਿੰਦੇ ਹੁਕਮ ਕਰ ਕਰਕੇ ਖਾਧਾ। ਹੁਕਮ ਕਰਕੇ ਖਾਣ ਦਾ ਭਾਵ ਕੀ ਕਿ ਆਪ ਕੁਝ ਕਮਾਈਆਂ ਨਹੀਂ, ਆਪ ਕੋਈ ਮਿਹਨਤਾਂ ਨਹੀਂ, ਆਪ ਕਦੀ ਹਲ ਨਹੀਂ ਵਾਏ, ਪਰ ਹਾਂ ਪ੍ਰਜਾ ਨੂੰ ਹੁਕਮ ਕਰ ਦਿੱਤਾ ਵੀ ਇੰਨਾ ਅੰਨ ਜਿਹੜਾ ਤੁਸੀਂ ਟੈਕਸ ਰੂਪ ਦੇ ਵਿੱਚ ਕਰ ਭਰਨਾ ਰਾਜੇ ਨੂੰ। ਐਸੇ ਪੁਰਾਣੇ ਸਮਿਆਂ ਦੇ ਸੀਰੀਅਲ ਕਦੀ ਵੇਖੋ ਜਾਂ ਗ੍ਰੰਥ ਪੜ੍ਹੋ ਤੇ ਇਸ ਤਰ੍ਹਾਂ ਦੇ ਰਾਜਿਆਂ ਦੀਆਂ ਦਾਸਤਾਨਾਂ ਨੇ ਕਿ ਕਾਲ ਪੈ ਜਾਂਦਾ। ਕਿਸਾਨ ਜਿਹੜੇ ਨੇ ਆ ਕੇ ਰਾਜੇ ਦੇ ਕੋਲ ਫਰਿਆਦ ਕਰਦੇ ਨੇ ਕਿ ਹਜ਼ੂਰ ਇਸ ਵੇਲੇ ਕਾਲ ਪੈ ਗਿਆ, ਮੀਂਹ ਨਹੀਂ ਪਿਆ, ਖੇਤੀ ਨਹੀਂ ਹੋਈ, ਸਾਡਾ ਕਰ ਜਿਹੜਾ ਉਹ ਮਾफ़ ਕਰ ਦਿੱਤਾ ਜਾਏ। ਪਰ ਜਦੋਂ ਨਾਟਕਾਂ ਦੇ ਵਿੱਚ ਦੇਖਦੇ ਹਾਂ ਤੇ ਕੀ ਕਿਹਾ ਜਾਂਦਾ ਕਿ ਨਹੀਂ, ਬੇਸ਼ੱਕ ਕਾਲ ਪੈ ਗਿਆ ਪਰ ਤੁਸੀਂ ਜਿਵੇਂ ਮਰਜ਼ੀ ਲਿਆਓ, ਤੁਹਾਨੂੰ ਅਨਾਜ ਜਿਹੜਾ ਉਹ ਦੇਣਾ ਪਏਗਾ, ਤੁਹਾਨੂੰ ਕਰ ਜਿਹੜਾ ਉਹ ਭਰਨਾ ਪਏਗਾ। ਕਈ ਦਫਾ ਸੋਚਦੇ ਹਾਂ ਹਾਲਾਤ ਅੱਜ ਵੀ ਮੁਲਕਾਂ ਦੇ ਇਸ ਤਰ੍ਹਾਂ ਹੀ ਨੇ। ਕਿਸਾਨ ਅੱਜ ਵੀ ਸਰਕਾਰਾਂ ਅੱਗੇ ਫਰਿਆਦੀ ਹੋ ਰਹੇ ਨੇ, ਸਾਡੇ ਸਿਰਾਂ ਤੇ ਕਰਜ਼ੇ ਨੇ, ਅਸੀਂ ਮਹਿੰਗੇ ਬੀਜ ਪਾਲੇ ਨੇ, ਉੱਤੋਂ ਸਾਨੂੰ ਮੌਸਮ ਦੀ ਮਾਰ ਪੈ ਜਾਂਦੀ ਹੈ ਕਿਉਂਕਿ ਖੜੀ ਫਸਲ, ਆਸਮਾਨ ਦੇ ਵਿੱਚ ਬੱਦਲ ਆਏ, ਲਹਿ ਲਹਾਉਂਦੀ ਫਸਲ ਜਿਹੜੀ ਸੀ ਜ਼ਮੀਨ ਤੇ ਵਿਛ ਗਈ, ਸਾਰੀ ਫਸਲ ਪਾਣੀ ਦੇ ਵਿੱਚ ਡੁੱਬ ਗਈ, ਕਿਤੇ ਕੁਛ ਹੋ ਗਿਆ, ਕਿਤੇ ਕੁਛ। ਕਿਸਾਨ ਅੱਜ ਵੀ ਫਰਿਆਦ ਲੈ ਕੇ ਜਦੋਂ ਜਾਂਦਾ ਹੈ ਜੀ ਫਸਲ ਮਰ ਗਈ ਹੈ, ਫਸਲ ਡੁੱਬ ਗਈ ਹੈ, ਆਹ ਨੁਕਸਾਨ ਹੋ ਗਿਆ, ਅਸੀਂ ਟੈਕਸ ਨਹੀਂ ਭਰ ਸਕਾਂਗੇ ਜਾਂ ਅਸੀਂ ਕੋਈ ਬਿਜਲੀ ਦੇ ਬਿੱਲ ਨਹੀਂ ਭਰ ਸਕਾਂਗੇ। ਪਰ ਨਹੀਂ, ਸਰਕਾਰਾਂ ਦਾ ਇੱਕ ਸ਼ਬਦ ਹੈ, ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਬੱਦਲ ਕਿਹੜਾ ਅਸੀਂ ਲੈ ਕੇ ਆਏ ਸੀਗੇ। ਸੋ ਉਸ ਵਕਤ ਵੀ ਇਹ ਹਾਲ ਸੀ, ਅੱਜ ਵੀ ਇਹ ਹਾਲ। ਕਰ ਫੁਰਮਾਇਸ ਖਾਇਆ, ਹੁਕਮ ਕਰ ਕਰਕੇ ਖਾਧਾ, ਵੇਖ ਮਹਿਲਤ ਮਰਨ ਵਿਸਾਰਿਆ। ਇਹਨਾਂ ਉੱਚੇ ਮਹਿਲ ਮੁਨਾਰਿਆਂ ਨੂੰ ਵੇਖ ਕਰਕੇ ਮੌਤ ਨੂੰ ਭੁਲਾ ਦਿੱਤਾ ਵੀ ਮੈਂ ਕਿਹੜਾ ਇਹਨਾਂ ਨੂੰ ਕਿਤੇ ਛੱਡ ਕੇ ਜਾਣਾ ਹੈ। ਸਾਹਿਬ ਕਹਿੰਦੇ ਯਾਦ ਰੱਖੀ ਜਰ ਆਈ ਜੋਬਨ ਹਾਰਿਆ, ਤੂੰ ਜਵਾਨੀ ਨੂੰ ਹਾਰ ਗਿਆ, ਬੁਢਾਪਾ ਹੁਣ ਤੇਰੇ ਉੱਤੇ ਆ ਗਿਆ। ਤੇ ਯਾਦ ਰੱਖੀ ਜੇ ਬਚਪਨ ਕੋਲ ਨਹੀਂ ਰਿਹਾ, ਜਵਾਨੀ ਕੋਲ ਨਹੀਂ ਰਹੀ, ਤੇ ਮਤਾ ਤੂੰ ਸਮਝੇ ਕਿ ਬਜ਼ੁਰਗੀ ਬੁਢਾਪਾ ਵੀ ਸਾਰੀ ਉਮਰ ਤੇਰੇ ਕੋਲ ਰਹੇਗਾ। ਬਸ ਵਕਤ ਸਮੇਂ ਦੀ ਖੇਡ ਹੈ। ਜਿਸ ਤਰ੍ਹਾਂ ਜਰ ਆਈ ਜੋਬਨ ਹਾਰਿਆ, ਬੁਢਾਪੇ ਦੇ ਆਉਣ ਨਾਲ ਜਵਾਨੀ ਹਾਰ ਗਈ ਹੈ, ਉਸ ਤਰ੍ਹਾਂ ਮੌਤ ਦੇ ਆਉਣ ਨਾਲ ਤੇਰੇ ਇਹ ਬਜ਼ੁਰਗੀ, ਤੇਰਾ ਇਹ ਬੁਢਾਪਾ ਵੀ ਹਾਰ ਜਾਏਗਾ ਤੇ ਤੂੰ ਸੰਸਾਰ ਤੋਂ ਕੂਚ ਕਰੇਗਾ। ਸੋ ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੁਨੀ ਚੰਦ ਨੂੰ ਅਤੇ ਉਹਨਾਂ ਸਾਰੇ ਬ੍ਰਾਹਮਣਾਂ ਨੂੰ ਦਾਤਾਰ ਪਾਤਸ਼ਾਹ ਜੀ ਨੇ ਇਹ ਸਮਝਾਇਆ ਕਿ ਜੋ ਤੁਸੀਂ ਇਹ ਭਰਮ ਪਾਲ ਕੇ ਬੈਠੇ ਹੋ ਕਿ ਸ਼ਰਾਧ ਜੀਵਤ ਪਿੱਤਰ ਨਾ ਮਾਨੈ ਕੋ ਮੂਏ ਸ਼ਰਾਧ ਕਰਾਈ, ਜਿਉਂਦਿਆਂ ਨੂੰ ਪਾਣੀ ਨਹੀਂ ਪੁੱਛਿਆ ਤੇ ਮਰਿਆਂ ਨੂੰ ਹੁਣ ਤੁਸੀਂ ਸ਼ਰਾਧ ਕਰਦੇ ਪਏ ਹੋ। ਸੰਸਾਰ ਤੇ ਅੱਜ ਵੀ ਇਹ ਕਹਾਣੀ ਹੈ, ਬਸ ਰੂਪ ਥੋੜ੍ਹੇ ਜਿਹੇ ਬਦਲ ਜਾਂਦੇ ਨੇ। ਉਹ ਸ਼ਰਾਧ ਪੰਡਤਾਂ ਨੂੰ ਸੱਦ ਕੇ ਕਰਦੇ ਨੇ ਤੇ ਸਾਡੇ ਗੁਰਸਿੱਖ ਜਿਹੜੇ ਨੇ ਉਹ ਸਾਲ 'ਚ ਇੱਕ ਦਿਨ ਉਹਨਾਂ ਨੂੰ ਚੇਤਾ ਆਉਂਦਾ ਕਿ ਗੁਰਦੁਆਰੇ ਵਾਲੇ ਭਾਈ ਭੁੱਖੇ ਬੈਠੇ ਨੇ ਤੇ ਉਸ ਦਿਨ ਉਹ ਵੀ ਕਹਿ ਦਿੰਦੇ ਨੇ ਆਓ ਜੀ ਅਸੀਂ 5 ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ। ਬਾਹਰੋਂ ਰੂਪ ਬਦਲ ਦਿੱਤਾ, ਅੰਦਰਲੀ ਭਾਵਨਾ ਤੇ ਹੀ ਕਹਿੰਦੀ ਪਈ ਨਾ ਜੀ ਫਲਾਣੇ ਦੇ ਨਿਮਿਤ ਛਕਾਇਆ ਤੇ ਉਹਦੇ ਵਾਸਤੇ ਹੀ ਅਰਦਾਸ ਕਰਿਓ। ਜਦੋਂ ਇਹਨਾਂ ਦਿਨਾਂ 'ਚ ਪ੍ਰਸ਼ਾਦਾ ਛਕਣ ਜਾਓ ਫਿਰ ਬਜ਼ੁਰਗਾਂ ਦੇ ਹੀ ਨਾਂ ਦੱਸਦੇ ਆ ਕਿ ਉਹਦੇ ਵਾਸਤੇ ਛਕਾਇਆ ਜੀ, ਉਹਦੇ ਨਿਮਿਤ ਅਰਦਾਸ ਕਰਿਓ। ਬਸ ਰੂਪ ਬਦਲੇ ਨੇ, ਕਰਮਕਾਂਡ ਸਾਡੇ ਅੰਦਰ ਉਵੇਂ ਦੇ ਉਵੇਂ ਹੀ ਚੱਲਦੇ ਨੇ। ਬਾਕੀ ਸਾਰਾ ਸਾਲ ਨਹੀਂ ਸਾਨੂੰ ਭਾਈਆਂ ਦਾ ਚੇਤਾ ਆਉਂਦਾ, ਸਿਰਫ ਸ਼ਰਾਧਾਂ ਦੇ ਦਿਨਾਂ ਵਿੱਚ। ਤੇ ਐਸਾ ਚੇਤਾ ਆਉਂਦਾ ਵੀ ਮੈਂ ਕਈ ਵਾਰ ਦੇਖਦਾ ਹੁੰਦਾ ਸੀ ਗੁਰੂ ਘਰ ਦੇ ਗ੍ਰੰਥੀ ਰਾਗੀ ਸਿੰਘ ਇੱਕ ਘਰੋਂ ਪ੍ਰਸ਼ਾਦਾ ਛਕ ਕੇ ਆਉਂਦੇ, ਦੂਜਾ ਕਹਿੰਦਾ ਜੀ ਭਾਵੇਂ ਅੱਧੀ ਰੋਟੀ ਖਾ ਜਿਓ ਪਰ ਆਇਓ ਜ਼ਰੂਰ। 4-4 ਘਰਾਂ 'ਚੋਂ ਪ੍ਰਸ਼ਾਦਾ ਕਈ ਵਾਰ ਛਕਦੇ ਨੇ, ਮਜਬੂਰੀ ਉਹਨਾਂ ਦੀ। ਪਰ ਸੱਚਾਈ ਇਹ ਹੈ ਵੀ ਸਾਨੂੰ ਵੀ ਥੋੜ੍ਹਾ ਜਿਹਾ ਅਕਲ ਕਰਨੀ ਚਾਹੀਦੀ ਹੈ। ਸੋ ਦਾਤਾ ਜੀ ਨੇ ਜੇ ਉਹਨਾਂ ਪੰਡਤਾਂ ਨੂੰ ਕੱਢਿਆ ਤੇ ਸਾਡੇ ਤੇ ਵੀ ਇਹ ਸਲੋਕ ਲਾਗੂ ਹੁੰਦਾ, ਅਸੀਂ ਵੀ ਥੋੜ੍ਹਾ ਜਿਹਾ ਅਕਲ ਨੂੰ ਹੱਥ ਮਾਰੀਏ ਤਾਂ ਦਾਤਾ ਜੀ ਕਹਿੰਦੇ ਨੇ ਉਹ ਅੱਗੇ ਉਹੀ ਕੁਝ ਮਿਲਣਾ ਜੋ ਇੱਥੇ ਤੁਹਾਡੇ ਬਜ਼ੁਰਗ ਖੱਟ ਕੇ ਕਾਲ ਕੇ ਕਮਾਈ ਕਰਕੇ ਗਏ ਨੇ। ਇਹ ਸਤਿਗੁਰਾਂ ਨੇ ਸਮਝਾਇਆ ਹੈ। ਦਾਤਾ ਕਿਰਪਾ ਕਰਨ ਸਾਡੀ ਸਮਝ ਵਿੱਚ ਆਏ ਹੋਈਆਂ ਭੁੱਲਾਂ ਦੀ ਖਿਮਾ। 17 ਸਲੋਕ ਗੁਰੂ ਕਿਰਪਾ ਨਾਲ ਸੰਪੂਰਨ ਹੋਏ ਨੇ। ਅੱਗੇ 18ਵੇਂ ਸਲੋਕ ਅੰਦਰ ਫਿਰ ਸਾਹਿਬ ਜੀ ਸੂਤਕ ਤੇ ਪਾਤਕ ਦਾ ਜ਼ਿਕਰ ਕਰਨਗੇ, ਉਹ ਆਪਾਂ ਅੱਗੇ ਸਰਵਣ ਕਰਾਂਗੇ। ਸਾਹਿਬ ਜੀ ਸਮੱਤ ਦੀ ਦਾਤ ਬਖਸ਼ ਨਿਵਾਜਨਾ ਕਰਨ। ਕਾਰ ਫੁਰਮਾਇਸ ਖਾਇਆ, ਵੇਖ ਮਹਿਲਤ ਮਰਨ ਵਿਸਾਰਿਆ। ਜਰ ਆਈ ਜੋ ਬਨ ਹਾਰਿਆ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।